ਇੱਕ ਓਂਕਾਰ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਛੰਤ ਮਹਲਾ ਚੌਥਾ, ਘਰ ਤੀਜਾ। ਇੱਕ ਓਂਕਾਰ ਸਤ ਗੁਰ ਪ੍ਰਸਾਦ। ਘਰ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਹਉ ਮਨ ਤਨ ਦੇਵਾਂ ਸਤਿਗੁਰੈ, ਮੈਂ ਮੇਲੇ ਪ੍ਰਭ ਗੁਣ ਤਾਸੇ। ਧੰਨ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸ਼ਾਬਾਸੇ। ਵੱਡ ਭਾਗੀ ਹਰ ਪਾਇਆ, ਜਨ ਨਾਨਕ ਨਾਮ ਵਿਗਾਸੇ। ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ। ਘਰ ਆਵੋ ਚਿਰੀ ਵਿਛੁੰਨਿਆ, ਮਿਲ ਸ਼ਬਦ ਗੁਰੂ ਪ੍ਰਭ ਨਾਹਾ। ਹਉ ਤੁਝ ਬਾਝੋਂ ਖਰੀ ਉਡੀਣੀਆਂ, ਜਿਉ ਜਲ ਬਿਨ ਮੀਨ ਮਰਾਹਾ। ਵੱਡ ਭਾਗੀ ਹਰ ਧਿਆਇਆ, ਜਨ ਨਾਨਕ ਨਾਮ ਸਮਾਹਾ। ਹਉ ਤੁਝ ਬਾਝੋਂ ਖਰੀ ਉਡੀਣੀਆਂ, ਜਿਉ ਜਲ ਬਿਨ ਮੀਨ ਮਰਾਹਾ। ਵੱਡ ਭਾਗੀ ਹਰ ਧਿਆਇਆ, ਜਨ ਨਾਨਕ ਨਾਮ ਸਮਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਸ਼ਾਮ ਸਮੇਂ ਦਾ ਦੀਵਾਨ ਅਸੀਂ ਮਾਣ ਪਾ ਰਹੇ ਹਾਂ। ਆਪ ਵਰਚੁਅਲ ਸਾਈਟ ਤੋਂ ਜਾਂ ਵਰਚੁਅਲ ਸਿਸਟਮ ਰਾਹੀਂ ਸੰਗਤ ਵਿੱਚ ਸ਼ਮੂਲੀਅਤ ਪਾਉਂਦੇ ਹੋ, ਵਡਭਾਗਤਾ ਹੈ। ਸ਼ਾਮਾਂ ਦਾ ਦੀਵਾਨ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਚੱਲ ਰਿਹਾ ਹੈ। ਗੁਰਬਾਣੀ ਕੀਰਤਨ ਅਜੇ ਹੁਣੇ ਵੀਰ ਜੀ ਆਪ ਨੂੰ ਸਰਵਣ ਕਰਵਾ ਰਹੇ ਸੀ। ਅਗਲੇ ਸਮੇਂ 'ਚ ਗੁਰਸ਼ਬਦ ਵਿਆਖਿਆ ਹੈ। ਛੰਤ ਰੂਪ ਬਾਣੀ ਸਾਨੂੰ ਪ੍ਰਾਪਤ ਹੈ ਸੂਹੀ ਰਾਗ ਵਿੱਚ।
गुरु रामदास साहब नानक जोत का चौथा जामा बचनों को उचरित कर रहा है। बचन का पहले दो बंदा आपने सरवण किए ने। बीते कल पहला पदा विचारिया सी, गुरसंत जनों प्यारा मैं मिलिया, मेरी तृष्णा बुझ गई आसे। अज का सैकेंड जो स्टैंजा हैगा इस पावन शब्द का, उसनों असी यत्न करांगे कि समझ सकीए। बचन प्रारंभ करदा हाँ। गुर सज्जन प्यारा मैं मिलिया, हर मार्ग पंथ दसाहा। जेकर if we can recall what we have discussed yesterday, specifically when we were discussing गुरसंत जनों प्यारा मैं मिलिया, we had a whole discussion about Guru, about Guru institution, and what type of methodology, method Guru Maharaj have taught us or have gifted us, which we can use to get our proper spiritual betterment. Guru Ramdas Sahab has gone through, had walked through when they were getting association with the Guru institution in his own time. And whatever he had experienced there, he is putting in this Bani's words, in Bani Shabad. So in that way, we can easily see Babaji is giving sort of message which they have already applied, they have seen the results, and after that, they are putting in presentation in the form of Gurbani. So as Guru Sant Jano Pyara Main Milaya, Guru Ramdas Sahib is actually giving direct his own example and saying, "O human being, let's actually allow me to show you how I get involved in that spiritual path which leads me toward what I am at present as a guru, or as a, you can say, sort of person or a source who is able to enjoy the treasure of higher pleasure." Guru Sant Jano Pyara Main Milaya. And the source, the actually method, that is Guru Sant Jan. ਉਹਦੀ ਬਾਤ ਹੋ ਰਹੀ ਹੈ ਇਹਦੇ 'ਚ। ਸੋ ਇਹਨੂੰ ਇਸ ਤਰੀਕੇ ਨਾਲ ਵੀ ਲੈ ਲਈਏ ਕਿ ਜਿਵੇਂ ਕੋਈ ਮੈਸੇਜ ਆ, ਉਹ ਮੈਸੇਜ ਜਿੰਨੀ ਦੇਰ ਤੱਕ ਪ੍ਰੋਸੈਸ ਨਹੀਂ ਹੁੰਦਾ, ਮੈਨੀਫੈਸਟ ਨਹੀਂ ਹੁੰਦਾ, ਪ੍ਰੋਪਰ ਅਪਲਾਈ ਨਹੀਂ ਹੁੰਦਾ, ਉਹਦਾ ਜੋ ਫਰੂਟ ਆ, ਜੋ ਰਿਜ਼ਲਟ ਆ, ਅਸੀਂ ਉਸ ਨੂੰ ਨਹੀਂ ਦੇਖ ਸਕਦੇ, ਉਹਦਾ ਆਊਟਕਮ ਅਸੀਂ ਨਹੀਂ ਇੰਜੋਏ ਕਰ ਸਕਦੇ। ਫਿਰ ਉਸ ਜੋ ਮੈਸੇਜ ਦੇ ਵਾਸਤੇ ਜਿਹੜੀਆਂ ਚੀਜ਼ਾਂ, ਜਿਹੜੀਆਂ ਰਿਕੁਆਇਰਮੈਂਟਸ ਨੇ, ਉਹ ਵੀ ਫੁੱਲਫਿਲ ਹੋਣੀਆਂ ਚਾਹੀਦੀਆਂ ਨਾਲ ਨਾਲ। ਆਪਾਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ। ਸ਼ਬਦ ਗੁਰੂ ਦੀ ਜਿਹੜੀ ਤਰਮੀਮ ਆ, ਜਿਹੜਾ ਉਹਦੀ ਜਿਹੜੀ ਦੀ ਮੈਨੀਫੈਸਟੇਸ਼ਨ ਆ ਪੂਰੀ ਦੀ ਪੂਰੀ, ਗੁਰਸੰਤ ਜਨੋ ਇੱਕ ਕੌਂਗਰੀਗੇਸ਼ਨ ਆ, ਇੱਕ ਇੰਸਟੀਟਿਊਸ਼ਨ ਆ, ਇੱਕ ਉਹਦੇ ਵਿੱਚ ਪ੍ਰੋਪਰ ਫਲੋ ਆ, ਉਸ 'ਚ ਪਾਰਟੀਸਪੇਸ਼ਨ ਆ, ਇਹ ਸਾਰਾ ਚੀਜ਼ਾਂ ਗੁਰਸੰਤ ਜਨੋ ਉਸ ਇੰਸਟੀਟਿਊਸ਼ਨ ਦਾ ਪਾਰਟ ਆ ਸਾਰਾ। ਜੇ ਬੰਦਾ ਇਸ ਚੀਜ਼ ਨੂੰ ਪੂਰੇ ਨੂੰ ਫੋਲੋ ਨਹੀਂ ਕਰੇਗਾ, बड़े रिसेंटली मैं खुद इस चीज़ ਨੂੰ
ਨੋਟਿਸ ਕੀਤਾ ਪਿਛਲੇ ਕੁਝ ਸਾਲਾਂ ਦੇ ਵਿੱਚ ਨੇ, you can say in a very small, you can say in a very tiny span of years, that ਲੋਕ ਬੜੀ ਸੁਪਰਫਿਸ਼ੀਅਲ ਜਿਹੀ ਅੰਡਰਸਟੈਂਡਿੰਗ ਲੈਣ ਲੱਗ ਗਏ ਹਰ ਚੀਜ਼ ਦੀ, ਖਾਸ ਕਰਕੇ ਜਿਵੇਂ ਸ਼ਬਦ ਗੁਰੂ ਦੀ ਹੈ, ਉਸ ਚੀਜ਼ ਨੂੰ ਬੜੇ ਇੱਕ ਮਤਲਬ ਇਸ ਤਰੀਕਾ ਲੈ ਲਿਆ ਕਿ ਹਾਂ ਸ਼ਬਦ ਗੁਰੂ ਦਾ ਮਤਲਬ ਹੈਗਾ ਕਿ ਵਰਡਸ ਆਵਰ ਮਾਸਟਰਸ। ਹਾਂ ਭਾਈ ਹੈ, ਵਰਡਸ ਇਟਸੈਲਫ ਇੱਕ ਬੜਾ ਵੱਡੀ ਚੀਜ਼ ਆ, ਬਟ ਉਸ ਜਿਹੜਾ ਵਰਡਸ ਈਵਨ ਇਹਨੂੰ ਜੇ ਰਿਪਲੇਸ ਕਰ ਲਈ ਰਾਈਟਿੰਗਸ ਦੇ ਨਾਲ, ਟੈਕਸਟ ਦੇ ਨਾਲ, ਸਕ੍ਰਿਪਚਰ ਦੇ ਨਾਲ, ਸਟਿਲ ਅਸੀਂ ਉੱਥੇ ਨਹੀਂ ਪਹੁੰਚਦੇ ਜਿੱਥੇ ਅਸੀਂ ਪਹੁੰਚਣਾ ਆ। ਜੋ ਬਾਬਾ ਜੀ ਸਾਨੂੰ ਐਗਜ਼ੈਕਟਲੀ ਗਿਫਟ ਕੀਤਾ ਜਾਂ ਜੋ ਦਿੱਤਾ, ਜੋ ਸਾਨੂੰ ਸਿਖਾਇਆ, ਕੁਛ ਕਿਹਾ, ਉਸ ਮੈਸੇਜ ਨੂੰ ਜਿੰਨੀ ਦੇਰ ਤੱਕ ਤੁਸੀਂ ਪ੍ਰੋਪਰ ਚੈਨਲ ਜਾ ਕੇ ਉਸ ਫੋਲੋ ਨਹੀਂ ਕਰ ਪਾਉਂਦੇ, ਉਸ ਗੁਰੂ ਸੰਤ ਜਨੋਂ, ਇਹੋ ਜਿਹੇ ਸੰਤ ਜਨ ਜਿਨ੍ਹਾਂ ਦੇ ਬਚਨ, ਜਿਨ੍ਹਾਂ ਦੇ ਬੋਲ, ਜਿਨ੍ਹਾਂ ਦੇ ਖਿਆਲ, ਜਿਨ੍ਹਾਂ ਦੀ ਸਪੋਰਟ, ਜਿਨ੍ਹਾਂ ਦੀ ਗਾਈਡੈਂਸ, ਜਿਨ੍ਹਾਂ ਦੀ ਇੰਸਪੀਰੇਸ਼ਨ, ਐਵਰੀਥਿੰਗ, ਉਹ ਜਾ ਕੇ ਤੇਰੀ ਰੀਅਲ ਸੈਲਫ ਪਿਆਰਾ ਮੈਂ ਮਿਲਿਆ, ਹੂ ਯੂ ਆਰ, ਯੂ ਕੈਨ ਸੀ your real self, or I can see who am I, myself, ਜਿਹਦੇ ਚ ਮੈਂ ਜਾ ਕੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਜੇਠੇ ਤੋਂ ਰਾਮਦਾਸ ਬਣਦਾ ਆ, ਮੈਨੂੰ ਪਤਾ ਲੱਗਦਾ who am I, ਮੈਂ ਕੌਣ ਆ। ਸੋ ਇਹ ਚੀਜ਼ ਜਿਹੜੀ ਹੈ ਪਿਆਰਾ ਮੈਂ ਮਿਲਿਆ, ਇਹਦੀ ਮੁਲਾਕਾਤ ਹੋਈ ਮੇਰੇ ਨਾਲ। yesterday I have discussed everything proper way. Now today we are going to discuss the second stanza of this Shabad, where Guru Ramdas Sahib is saying, Guru Sajjan Pyara Main Milya. Again, now the real me, the real I is getting next kind of level or next step in exposure. Guru Sajjan Pyara. ਹੁਣ ਇਹਨੂੰ ਮੈਂ ਥੋੜ੍ਹਾ ਜਿਹਾ ਉਸਨੂੰ ਐਗਜ਼ਾਮਪਲ ਵਿੱਚ ਪਾ ਕੇ ਦੇਵਾਂ। ਇਸ ਤਰ੍ਹਾਂ ਹੈਗਾ ਕਿ ਅਸੀਂ ਸਪੋਜ਼ ਕਿਸੇ ਨੂੰ ਪੀਸ ਆਫ ਇਨਫੋਰਮੇਸ਼ਨ ਦਿੰਦੇ ਹਾਂ। ਨਾਓ ਇਟ ਇਜ਼ ਵੀ ਆਰ ਲਿਵਿੰਗ ਇਨ ਦਾ ਆਈ ਸ਼ੁੱਡ ਸੇ sort of war of information, I should say. It's everywhere, especially social media, and too much information, too much actually knowledge, or all these are spreading. And because it's too much, and we are totally living in a world where we don't know what to adopt, what to grab, what to process, or what to not to process. So in that way, us sare de naal people are getting lost. ਕਿਸੇ ਤਰੀਕੇ ਨਾਲ ਵੀ ਤੁਸੀਂ ਲੈ ਲਵੋ। ਸੋ ਇਹਦੇ 'ਚ ਇੱਕ ਵੱਡੀ ਮੁਸ਼ਕਲ ਵੀ ਬਣ ਰਹੀ ਹੈ। ਪਰ ਇਹਨੂੰ ਫਿਰ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਕਿਸੇ ਨੂੰ ਸਮਝਣ ਸਮਝਾਉਣ ਦੀ ਗੱਲ ਹੈ, ਸਮਝ ਆ ਜਾਣੀ, ਜਿਹਦੇ ਵਿੱਚੋਂ ਬੰਦੇ ਦੇ ਵਿੱਚ ਇੱਕ ਵਾਈਜ਼ਰ ਬੀਇੰਗ ਵਰਕ ਕਰਨਾ ਸ਼ੁਰੂ ਕਰ ਦਿੰਦੀ ਇਟਸੈਲਫ। ਹੁਣ ਉਹਦੇ 'ਚ ਇਹ ਹੈ ਕਿ ਸਮਝ ਤੁਸੀਂ ਕਿਸੇ ਨੂੰ ਦਿੰਦੇ ਹੋ, ਜਿਵੇਂ ਸਪੋਜ਼ we are all discussing this Bani as a congregation, member of congregation, you are listening, you are attentively attending it, trying to process all these things that are happening, but still ਕੰਨਾਂ 'ਚ ਪੈ ਰਹੀ ਹੈ, ਅੱਖਾਂ ਨਾਲ ਪੜ੍ਹ ਰਹੇ ਹਾਂ, ਅਟੈਂਡ ਵੀ ਕਰ ਰਹੇ ਹਾਂ, ਪਰ ਜ਼ਰੂਰੀ ਤਾਂ ਨਹੀਂ ਹੈਗਾ ਕਿ ਇਹ ਉਸੇ ਤਰੀਕੇ ਦੇ ਨਾਲ ਹੀ ਅੰਦਰ ਜਾ ਕੇ ਪ੍ਰੋਸੈਸ ਹੋਏਗੀ। ਜਿਹੜਾ ਪ੍ਰੋਸੈਸ ਹੋਣ ਦਾ ਆਪਣਾ ਇੱਕ ਤਰੀਕਾ ਕ੍ਰਾਈਟੀਰੀਆ ਅੰਦਰ ਚੱਲਦਾ, ਇਹਦੇ ਵਿੱਚ ਜਿਹੜੀ ਮਦਦ ਕਰਦਾ ਉਹ ਕਰਦਾ ਵਿਵੇਕ ਗੁਰ। ਜੇ ਉਹ ਨਾ ਆਵੇ, ਇਹ ਅਸੈਂਸ਼ੀਅਲ ਪਾਰਟ ਹੈ, ਬੜਾ ਜ਼ਰੂਰੀ ਪਾਰਟ ਹੈ। ਜਿਵੇਂ ਪੂਰੀ ਕੋਈ ਮਸ਼ੀਨ ਆ ਅਤੇ ਉਸ ਮਸ਼ੀਨ ਦੇ ਵਿੱਚੋਂ ਤੁਸੀਂ ਇੱਕ ਕੋਈ ਜਿਹੜਾ ਮੇਨ ਉਹਦਾ ਪਾਰਟ ਹੈ ਉਹ ਮਿਸ ਕਰ ਦਿਓ, ਬਾਕੀ ਮੋਟਰ ਵੀ ਚੱਲ ਰਹੀ, ਸਾਰਾ ਕੁਝ ਹੋ ਰਿਹਾ ਉਸ ਤਰੀਕੇ ਨਾਲ, ਐਵਰੀਥਿੰਗ ਇਜ਼ ਫਾਈਨ, ਬਾਡੀ ਵੀ ਠੀਕ ਹੈ ਉਹਦੀ।
ਉਹ 'ਚ ਤੁਸੀਂ ਇੱਕ ਸਮਾਨ ਪਾਉਂਦੇ ਹੋ, ਇੱਕ ਰਾ ਮਟੀਰੀਅਲ, ਦੂਜੇ ਪਾਸੇ ਜਿਹੜਾ ਹੈਗਾ ਫਾਈਨਲ ਪ੍ਰੋਡਕਟ ਬਣ ਕੇ ਨਿਕਲਦਾ, ਪਰ ਉਹ ਕੀ ਲਿਖ ਰਿਹਾ ਕਿ ਉਹਦੇ 'ਚ ਆਲਰੇਡੀ ਐਕਚੁਅਲੀ ਸਮਥਿੰਗ ਇਜ਼ ਕਮਿੰਗ ਐਜ਼ ਏ ਫਾਲਟ, ਐਜ਼ ਏ ਸਮ ਸੋਰਟ ਆਫ ਜਿਹੜਾ ਉਹਦੇ 'ਚ ਕੋਈ ਕੁਛ ਐਰਰ ਆ ਰਿਹਾ, ਕੁਛ ਤਰੀਕੇ ਨਾਲ ਕੋਈ ਚੀਜ਼ ਪ੍ਰੋਪਰ ਨਹੀਂ ਬਣ ਰਹੀ। ਬੰਦਾ ਕਹੇਗਾ ਸਮਥਿੰਗ ਇਜ਼ ਮਿਸਿੰਗ, ਭਈ ਇੱਕੋ ਪਾਰਟ ਮਿਸਿੰਗ ਹੈ ਬਸ, ਬਾਕੀ ਸਾਰਾ ਕੁਝ ਤਾਂ ਪੂਰਾ। ਉਹ ਜਿਹੜਾ ਇੱਕ ਮੇਨ ਪਾਰਟ ਹੋ ਸਕਦਾ ਉਹੀ ਜ਼ਰੂਰੀ ਹੋਏ। ਵੈਸੇ ਤਾਂ ਸਾਰਾ ਜੀਵਨ ਹੀ ਹਿਊਮਨ ਲਾਈਫ ਇਟਸੈਲਫ ਚਾਹੀਦੀ ਹੈ ਸਹੀ ਰੂਪ ਦੇ 'ਚ ਆਪਣੀ ਸਪਿਰਿਚੁਅਲ ਬੈਟਰਮੈਂਟ ਲਈ। ਸ਼ਾਇਦ ਆਪਨੇ ਕਦੀ ਬਾਤ ਬੜੀ ਸੁਣੀ ਹੋਈ, ਸ਼ਾਇਦ ਆਪਾਂ ਵੀ ਵਿਆਖਿਆ ਕੀਤੀ ਹੋਈ ਦੀ, ਜਿਵੇਂ ਇੱਕ ਉਲਾਮਾ ਨੇ ਬੜੇ ਕਮਾਲ ਦਾ ਇਸ਼ਰਾਰ ਲਿਖਿਆ ਹੈ। ਉਹ ਕਹਿੰਦਾ ਕਿ ਲਤਾਫਤ ਬੇਕਸਾਫਤ ਜਲਵਾ ਪੈਦਾ ਕਰ ਨਹੀਂ ਸਕਤੀ। ਲਿਟਲ ਬਿਟ ਰਿਚ ਲੈਂਗੁਏਜ from Persian actually you can say background. Latafat, sukham mean sort of something invisible. The whole knowledge is invisible. ਜਿਹੜੇ ਥਾਟਸ ਨੇ ਇਹ ਦਿਖਦੇ ਤੇ ਨਹੀਂ ਨਾ, ਇਹ ਤੇ ਜਸਟ ਇੱਕ ਕਹਿਣ ਦੀ, ਸੁਣਨ ਦੀ, ਪ੍ਰੋਸੈਸ ਕਰਨ ਦੀ ਗੱਲ ਹੈ ਸਾਰੀ। ਕੋਈ ਇਨਸਟੈਂਟ ਇਹਦੇ ਵਿੱਚ ਡਾਇਰੈਕਟਲੀ ਕੋਈ ਚੀਜ਼, ਕੋਈ ਸੋਲਿਡ, ਕੋਈ ਮੈਟਲ, ਕੋਈ ਮਟੀਰੀਅਲ ਤੇ ਹੈ ਨਹੀਂਗਾ। ਪਰ ਜਿੰਨੀ ਵੀ ਨੌਲੇਜ ਆ, ਇਸ ਨੂੰ ਜੇ ਤੁਸੀਂ ਅਪਲਾਈ ਕਰਨਾ ਆ, ਲਤਾਫਤ ਬੇਕਸਾਫਤ, ਕਸਾਫਤ ਕਹਿੰਦੇ ਨੇ ਸੋਲਿਡ ਪਾਰਟ ਨੂੰ, ਵਿਚ ਯੂ ਕੈਨ ਟੱਚ, ਯੂ ਕੈਨ ਐਕਚੁਅਲੀ ਫੀਲ, ਯੂ ਕੈਨ ਲਾਈਕ ਦੈਟ ਵੇ। ਹੁਣ ਇਹ ਹੈ, ਇਹਨੂੰ ਜਿਹੜੀ ਫਿਲਾਸਫੀਕਲ ਸਾਈਡ ਤੋਂ ਗੱਲ ਲਿਆਂਦੀ ਗਈ ਹੈ, ਲਤਾਫਤ ਬੇਕਸਾਫਤ ਜਲਵਾ ਪੈਦਾ ਕਰ ਨਹੀਂ ਸਕਤੀ। ਜਲਵਾ ਪੈਦਾ ਕਰਨਾ ਗੱਲ ਤੇ ਰੂਹ ਦੀ ਹੈ, ਰੂਹਾਨੀਅਤ ਦੀ ਹੈ, ਸਪਿਰਿਚੁਅਲਿਟੀ ਦੀ ਹੈ ਸਾਰੀ। ਪਰ ਜਿਹੜੀ ਰੂਹ ਵੀ ਹੈ, ਰੂਹਾਨੀਅਤ ਹੈ, ਸਪਿਰਿਚੁਅਲਿਟੀ ਹੈ, ਉਹ ਬਿਨਾਂ ਸਰੀਰ ਤੋਂ ਤੇ ਪ੍ਰੋਸੈਸ ਨਹੀਂ ਹੋ ਸਕਦੀ। ਇਹ ਹੋਏਗਾ ਕਿਉਂਕਿ ਇਹ ਕਸਾਫਤ ਹੈ ਤਾਂ ਹੀ ਲਤਾਫਤ ਕੰਮ ਕਰੇਗੀ, ਜੇ ਜਲਵਾ ਦੇਖਣਾ ਹੈ ਤੇ। ਇਸ ਕਰਕੇ ਇਹ ਬੜਾ ਲਾਜ਼ਮੀ ਹੈ। ਪਰ ਇਹ ਹੋਏ ਸਰੀਰ ਹੋਏ ਸਾਰਾ, ਪਰ ਉਹ ਰੂਹ ਨਾ ਹੋਏ ਵਿੱਚ, ਫਿਰ ਵੀ ਜਲਵਾ ਨਹੀਂ ਗਾ। ਦੋਨਾਂ ਦਾ ਕੰਬੀਨੇਸ਼ਨ ਹੈ। ਜੀਵਨ ਚਾਹੀਦਾ ਹੈ, ਹਿਊਮਨ ਮਾਈਂਡ ਚਾਹੀਦਾ ਹੈ, ਹਿਊਮਨ ਬੀਇੰਗ ਦੀ ਪ੍ਰੈਜ਼ੈਂਸ ਉਸ ਲੈਵਲ 'ਤੇ ਹੋਏ। ਬਟ ਇਹ ਸਾਰੇ ਦੇ 'ਚ ਇੱਕ, ਜਦੋਂ ਅਸੀਂ ਇੱਕ ਹਿਊਮਨ ਤੋਂ ਇੱਕ ਸੁਪੀਰੀਅਰ ਹਿਊਮਨ ਲੈਵਲ, ਜਿਹਨੂੰ ਅਸੀਂ ਡਿਵਾਈਨ ਲੈਵਲ ਕਹਿੰਦੇ ਹਾਂ, ਕੁਛ ਉੱਥੇ ਜਾਣਾ ਆ, ਸਾਨੂੰ ਫਿਰ ਗੁਰ ਚਾਹੀਦਾ, ਵਿਵੇਕ। ਜੇ ਉਹ ਚੀਜ਼ ਵਿੱਚ ਹੋਏਗੀ ਤਾਂ ਚੀਜ਼ਾਂ ਪ੍ਰੋਸੈਸ ਹੋਣਗੀਆਂ। ਐਂਡ ਦੈਟ ਗੁਰ ਆਲਵੇਜ਼ ਕਮ ਫਰੋਮ ਗੁਰੂ ਇੰਸਟੀਟਿਊਸ਼ਨ। ਇਹ ਚੀਜ਼ ਗੁਰੂ ਬਾਬਾ ਜੀ ਬਿਆਨ ਕਰਦੇ। ਹੁਣ ਉਹਦੇ 'ਚ ਇਹ ਹੈ, ਗੁਰ ਹੁੰਦਾ ਨੁਕਤਾ ਨਿਗਾਹ। ਸਿੰਪਲ ਲੈਂਗੁਏਜ ਕਹਿਣਾ ਮੈਂ ਤੁਹਾਨੂੰ, ਵੈਰੀ ਸਿੰਪਲ। ਕਿਤੇ ਤੁਸੀਂ ਕਿਸੇ ਚੀਜ਼ ਨੂੰ, ਜਿਹਨੂੰ ਕਹਿੰਦੇ ਆ ਕਿ ਜਿਹੜੀ ਚੀਜ਼ ਤੁਹਾਡੇ ਪੁਆਇੰਟ ਆਫ ਵਿਊ ਤੁਹਾਨੂੰ ਚੀਜ਼ਾਂ ਨੂੰ ਵੇਖਣ ਦੇ ਵਿੱਚ, ਪ੍ਰੋਸੈਸ ਤੇ ਮੈਨੀਫੈਸਟ ਕਰਨ ਦੇ ਵਿੱਚ ਡਾਇਰੈਕਸ਼ਨ ਦਿੰਦੀਆਂ ਨੇ, ਦੈਟ ਇਜ਼ ਸੋਰਟ ਆਫ ਗੁਰ। ਉਹ ਐਕਚੁਅਲੀ ਇਹ ਚੀਜ਼ ਆ, ਇਹ ਤੁਹਾਨੂੰ ਐਸਕੌਰਟ ਕਰਦੀ ਹੈ, ਤੁਹਾਨੂੰ ਇਸ਼ਾਰਾ ਕਰਦੀ ਹੈ ਕਿੱਧਰ ਜਾਣਾ ਹੈ, ਕਿਸ ਰੂਪ ਵਿੱਚ ਜਾਣਾ। ਜੇ ਕਈ ਵਾਰੀ ਬੜੀ ਬਿਲਾਸ ਦੀ ਗੱਲ, ਰੀਸੈਂਟਲੀ ਆਈ ਵਾਜ਼ ਡਿਸਕਸਿੰਗ ਦਿਸ ਵਿਦ ਮਾਈ ਭਾਈ ਵੀਰ ਜੀ। ਉਹ 'ਚ ਹੁੰਦਾ ਹੈ ਕਿ ਐਸ ਬੜੀ ਲੰਮੀ ਚੌੜੀ ਗੱਲ ਹੈ, ਟੂਕ ਮਾਤਰ ਬਿਆਨ ਕਰਾਂ। ਇੱਕ ਭਾਰਤੀ ਲਿਖਾਰੀ ਨੇ ਲਿਖੀ ਵੀ ਹੈ। ਉਹਦੇ 'ਚ ਇਹ ਹੁੰਦਾ ਕਿ ਆਪਨੇ ਸ਼ਾਇਦ ਗੌਰਮੈਂਟ ਸਕੂਲ ਦੇਖੇ ਹੋਣਗੇ ਇੰਡੀਆ ਦੇ 'ਚ। ਉੱਥੇ ਸਕੂਲ ਹੁੰਦੇ ਸੀਗੇ ਅਤੇ PN ਜਿਹੜੇ ਹੁੰਦੇ ਸੀ ਉੱਥੇ, ਜਿਹੜੇ ਸਾਰੀ ਸਾਫ ਸਫਾਈ ਵੀ ਕਰਦੇ ਸੀ, ਐਜ਼ ਏ ਸਵੀਪਰ ਵੀ ਹੁੰਦੇ ਸੀਗੇ, ਐਜ਼ ਏ ਕੇਅਰ ਟੇਕਰ ਵੀ ਹੁੰਦੇ ਸੀਗੇ, ਐਜ਼ ਏ ਸਿਕਿਉਰਿਟੀ ਗਾਰਡ ਵੀ, ਉਹ ਉੱਥੇ ਰਹਿੰਦੇ ਸੀਗੇ। ਹੁਣ ਬੱਚਿਆਂ ਨੂੰ ਉਹ ਸਕੂਲ ਵੀ ਸਾਫ਼ ਕਰਦੇ, ਸਟਾਫ ਨੂੰ ਵੀ ਚਾਹ ਪਾਣੀ ਪਿਆਉਂਦੇ, ਰਾਤ ਨੂੰ ਵੀ ਉੱਥੇ ਸੌਂਦੇ, ਪੂਰੀ ਫੈਮਿਲੀ ਉੱਥੇ ਰਹਿੰਦੀ ਸਕੂਲ ਦੇ ਵਿੱਚ, ਇਸ ਤਰੀਕੇ ਨਾਲ। ਇੱਕ ਦਿਨ ਕੀ ਹੋਇਆ ਕਿ ਜਿਹੜੀ ਮਾਰਨਿੰਗ ਟਾਈਮ ਅਸੈਂਬਲੀ ਹੁੰਦੀ, ਅਸੈਂਬਲੀ ਤੋਂ ਬਾਅਦ ਜਿਹੜਾ ਹੈਡ ਮਾਸਟਰ ਆ, ਜਿਹੜਾ ਮੇਨ ਪ੍ਰਿੰਸੀਪਲ ਆਫ ਸਕੂਲ ਕਹਿ ਲਓ, ਮੇਨ ਐਡਮਿਨਿਸਟ੍ਰੇਟਰ ਆ, ਉਹ ਅਨਾਊਂਸਮੈਂਟ ਕਰਦਾ ਅਸੈਂਬਲੀ ਤੋਂ ਬਾਅਦ ਕਿ ਟੁਮਾਰੋ we are going to enjoy a presentation from a very expert person who is going to give us a sort of presentation about alcohol, how alcohol is bad and why we shouldn't take it and all that
ਇਸ ਸਾਰੀ ਦੇ ਉੱਤੇ ਇਨਫੋਰਮੇਸ਼ਨ ਮਿਲੇਗੀ ਕੱਲ੍ਹ ਨੂੰ। ਬੱਚੇ ਨੇ ਜਿਹੜੇ ਖਾਸ ਕਰਕੇ ਹਾਇਰ ਗ੍ਰੇਡ 'ਤੇ ਸਪੋਜ਼ ਕਰੋ ਜਿਵੇਂ ਗ੍ਰੇਡ 11 ਦੇ 12 ਦੇ, ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਪ੍ਰੈਜੈਂਟੇਸ਼ਨ ਦਿੱਤੀ ਜਾਏਗੀ। ਠੀਕ ਹੈ, ਸਾਰਾ ਸਕੂਲ ਸੁਣਦਾ, ਗ੍ਰੇਡ 11 12 ਦੇ ਸਟੂਡੈਂਟ ਵੀ ਸੁਣਦੇ ਨੇ। ਜਦੋਂ ਅਸੈਂਬਲੀ ਖਤਮ ਹੁੰਦੀ ਹੈ, ਜਿਹੜੀ ਉਹ ਫੈਮਿਲੀ ਰਹਿੰਦੀ ਉੱਥੇ ਚੌਂਕੀਦਾਰ ਕਹਿ ਲਓ, ਚਪੜਾਸੀ ਕਹਿ ਲਓ, ਉਹਦੀ ਵਾਈਫ ਉਹ ਵੀ ਉੱਥੇ ਜੋਬ ਕਰਦੀ ਐਜ਼ ਏ PN, ਉਹ ਆਉਂਦੀ ਹੈ ਹੈਡ ਮਾਸਟਰ ਦੇ ਕੋਲ, ਤੈਨੂੰ ਕਹਿੰਦੀ ਵੀ ਮਾਸਟਰ ਜੀ ਵੀ ਮੇਰੀ ਇੱਕ ਤੁਹਾਨੂੰ ਰਿਕੁਐਸਟ ਹੈ। ਉਹ ਕਹਿੰਦਾ ਕੀ? ਕਹਿੰਦੇ ਵੀ ਜਦੋਂ ਕੱਲ੍ਹ ਨੂੰ ਉਹਨੇ ਆਉਣਾ ਹੈ ਨਾ, ਤੇ ਮੇਕ ਸ਼ੋਰ ਕਿ ਜਿਹੜਾ ਤੁਹਾਡਾ ਚਪੜਾਸੀ ਮੇਨ ਆ, ਮੇਰਾ ਹਸਬੈਂਡ, ਉਹ ਕਲਾਸ 'ਚ ਜ਼ਰੂਰ ਬੈਠੇ। ਉਹ ਕਹਿੰਦੇ ਉਹ ਕਿਉਂ? ਕਹਿੰਦੀ ਜੀ ਉਹਨੂੰ ਬਹੁਤ ਲੱਤ ਹੈ, ਹੀ ਇਜ਼ ਅਲਕੋਹਲਿਕ, ਹੀ ਇਜ਼ ਵੈਰੀ ਐਡਿਕਟਿਵ, ਸੋ ਆਈ ਐਮ ਰਿਕੁਐਸਟਿੰਗ ਯੂ, ਆਈ ਰੀਅਲੀ ਵਾਂਟਸ ਯੂ ਟੂ ਹੈਲਪ। ਉਹ ਕਹਿੰਦਾ ਦੈਟਸ ਗੁੱਡ, ਨਥਿੰਗ ਐਲਸ, ਮੈਂ ਤਾਂ ਗੱਲ ਹੀ ਕੁਛ ਨਹੀਂ ਹੈ। ਉਸਨੇ ਉਹਨੂੰ PN ਨੂੰ ਬੁਲਾਇਆ, ਤੇ ਉਹਨੂੰ ਕਿਹਾ ਵੀ ਮੇਕ ਸ਼ੋਰ ਤੇਰੇ ਸਾਰੇ ਕੰਮ ਵਗੈਰਾ ਡਨ, ਕੱਲ੍ਹ ਨੂੰ ਇੰਨੇ ਤੋਂ ਇੰਨੇ ਤੋਂ ਮੈਨੂੰ ਫ੍ਰੀ ਚਾਹੀਦਾ। ਉਹ ਆ ਗਿਆ, ਫ੍ਰੀ ਹੋ ਗਿਆ, ਦੱਸੋ ਜੀ, ਕਹਿੰਦਾ ਉਸ ਕਲਾਸ 'ਚ ਬੈਠ ਜਾ। ਉਹ ਬੈਠ ਗਿਆ। ਹੁਣ ਉਹ ਹੈ ਤਾਂ ਬੜੀ ਲੰਮੀ ਚੌੜੀ ਮੈਂ ਟੂਕ ਮਾਤਰ ਬਿਆਨ ਕਰਾਂ ਕਿ ਨੁਕਤਾ ਨਿਗਾਹ, ਦ ਪੁਆਇੰਟ ਆਫ ਵਿਊ, ਜਿਹੜਾ ਐਕਚੁਅਲ ਜਿਹੜਾ ਅੰਦਰ ਤੁਹਾਡੇ ਅੰਦਰ ਚੱਲ ਰਿਹਾ, ਜਿਸ ਨੇ ਤੁਹਾਡੇ ਕਿਸੇ ਵੀ ਥਾਟ ਨੂੰ ਬਿਲਕੁਲ ਬੇਸਿਕ ਲਾਈਨ ਤੋਂ ਪ੍ਰੋਸੈਸ ਕਰਨਾ ਸ਼ੁਰੂ ਕਰਨਾ ਹੈ। ਉਸ ਤੋਂ ਬਾਅਦ ਜਿੱਥੋਂ ਥ੍ਰੈਡ ਸ਼ੁਰੂ ਹੋਏਗਾ ਬੁਣਨਾ, ਉਸ ਤੋਂ ਬਾਅਦ ਹੀ ਜੋ ਚੀਜ਼ ਬਣੇਗੀ ਨਾ। ਹੁਣ ਉਹ 'ਚ ਹੁੰਦਾ ਕੀ ਹੈ ਕਿ ਉਹ ਜੋ ਐਕਸਪਰਟ ਆਇਆ ਉੱਥੇ, ਉਹ ਐਥਨਲ ਕੈਮੀਕਲਸ ਬਾਰੇ, ਅਲਕੋਹਲ ਬਾਰੇ ਡੈਮੋਸਟ੍ਰੇਸ਼ਨ ਕਰਨੀ ਸ਼ੁਰੂ ਕਰਦਾ। ਉਹ ਇੱਕ ਵਾਈਨ ਦੀ ਵੱਡੀ ਬੋਤਲ ਕੱਢਦਾ ਆ, ਗਲਾਸ ਕੱਢਦਾ ਆ, ਬੱਚਿਆਂ ਨੂੰ ਕਹਿੰਦਾ ਵਾਟ ਇਜ਼ ਦਿਸ, ਉਹ ਕਹਿੰਦੇ ਅਲਕੋਹਲ। ਓਕੇ, ਉਹ ਉਹਦੇ ਕੋਲ ਨਾਂ ਲੈਂਦਾ, ਦੋ ਚਾਰ, ਉਹ ਸਾਰੀ ਪ੍ਰੈਜੈਂਟੇਸ਼ਨ ਕਰਨ ਸ਼ੁਰੂ ਹੁੰਦੀ ਹੈ। ਉਹ ਨਾਲ ਹੀ ਉਹਨੇ ਗਲਾਸ 'ਚ ਪਾਉਂਦਾ, ਗਲਾਸ 'ਚ ਪਾਉਣ ਤੋਂ ਬਾਅਦ ਰੱਖਦਾ। ਅਤੇ ਇੱਕ ਉੱਥੋਂ ਜਿਹੜਾ ਕੋਈ ਕੀੜਾ ਫੜ ਲੈਂਦਾ, ਸਪੋਜ਼ ਕੋਈ ਸਪਾਈਡਰ ਫੜ ਲਿਆ ਉਹਨੇ, ਸਪਾਈਡਰ ਫੜ ਕੇ ਅਤੇ ਉਸ ਨੇ ਉਸ ਗਲਾਸ ਦੇ ਵਿੱਚ ਇਸ ਤਰੀਕੇ ਨਾਲ ਡਬੋ ਕੇ ਅਤੇ ਉਹਨੂੰ ਟੇਬਲ 'ਤੇ ਕੱਢਤਾ। ਅਤੇ ਥੋੜ੍ਹੀ ਦੇਰ ਬਾਅਦ ਤੜਪ ਤੜਪ ਕੇ ਮਰਨਾ ਸ਼ੁਰੂ ਹੋ ਗਿਆ। ਜਿਵੇਂ ਉਹ ਮਰਨਾ ਸ਼ੁਰੂ ਹੋ ਗਿਆ ਅਤੇ ਉਹ ਕਹਿੰਦਾ ਬੱਚਿਓ, ਕਿਡਸ, ਆਰ ਯੂ ਗੈਟਿੰਗ ਮਾਈ ਮੈਸੇਜ? ਵਟ ਆਰ ਯੂ ਗੈਟਿੰਗ ਫਰੋਮ ਦਿਸ ਡੈਮੋਸਟ੍ਰੇਸ਼ਨ? ਵਟਸ ਗੋਇੰਗ ਔਨ ਇਨ ਯੂਰ ਮਾਈਂਡ? ਟੈਲ ਮੀ। ਉਹ ਚਪੜਾਸੀ ਵੱਡਾ ਸਾਰਾ ਹੱਥ ਖੜਾ ਕਰਦਾ। ਉਹ ਕਹਿੰਦਾ ਜੀ ਦੱਸੋ ਕੀ ਪਤਾ ਲੱਗਾ ਇਹ ਸਾਰੀ ਡੈਮੋਸਟ੍ਰੇਸ਼ਨ ਤੋਂ ਬਾਅਦ? ਕਹਿੰਦਾ ਜੀ ਬੜਾ ਸਾਫ਼ ਪਤਾ ਲੱਗ ਗਿਆ ਵੀ ਬੜੇ ਕੰਮ ਦਾ ਇਹ ਪਾਣੀ ਆ, ਬੜੇ ਕੰਮ ਦੀ ਚੀਜ਼ ਆ, ਜ਼ਰੂਰ ਪੀਣਾ ਚਾਹੀਦਾ, ਪੇਟ ਦੇ ਸਾਰੇ ਕੀੜੇ ਮਾਰ ਦੇਗਾ। ਤਾਂ ਟੋਟਲੀ you can say 180 degrees actually, you can say opposite side of the message. Point of view, ਗੁਰ। ਚੀਜ਼ਾਂ ਨੂੰ ਅੰਡਰਸਟੈਂਡ ਕਰਨ ਦਾ ਇੱਕ ਯੂਨੀਵਰਸਲ ਕ੍ਰਾਈਟੇਰੀਆ ਹੈ, ਜਿਹਨੂੰ ਕਹਿੰਦੇ ਅਸੀਂ ਸੱਚ ਦੀ ਕਸਵੱਟੀ ਤੇ ਸੇ ਪਰਖਣਾ। ਇੱਕ ਹੈ ਮਨ ਦੀ ਕਸਵੱਟੀ ਤੇ ਪਰਖਣਾ, ਇੱਕ ਹੈ ਲੋਕ ਲਾਜ, ਲਿਹਾਜ਼, ਟ੍ਰੈਡੀਸ਼ਨ, ਪਰੰਪਰਾ, ਕਿਸੇ ਵੀ ਚੀਜ਼ ਦੇ ਉੱਤੇ ਪਰਖਣਾ। ਗੁਰਮਤਿ ਇਹ ਸਿਖਾਉਂਦੀ ਹੈ ਯੂਨੀਵਰਸਲ ਬੀਇੰਗ ਹੈ ਤੂੰ, ਉਹਦੀ ਕਸਵੱਟੀ ਤੇ ਹੋਣਾ ਤੂੰ, ਦੈਟ ਇਜ਼ ਗੁਰ। ਜੇ ਉਹ ਤੇਰੇ ਕੋਲ ਆ ਫਿਰ ਤੂੰ ਹਰ ਚੀਜ਼ ਨੂੰ ਠੀਕ ਤਰ੍ਹਾਂ ਦੇਖ ਸਕੇਗਾ। ਆ ਰੂਪ ਜਿਹੜਾ ਆ ਇਹ ਬਾਹਰੋਂ ਥੋੜੀ ਬਹੁਤੀ ਹੈਲਪ ਮਿਲ ਸਕਦੀ ਹੈ, ਪਰ ਐਕਚੁਅਲ ਲੈਵਲ ਤੇ ਮਦਰ ਨੇਚਰ ਸਾਨੂੰ ਬਲੈਸ ਕਰਦੀ ਹੈ। ਫॉर दैट we have to exercise sort of meditation, prayers, sangat, and if we really get blessed, then we can develop a belief system which can lead us toward that Guru school. ਜਦੋਂ ਉਹ ਇੱਕ ਵਾਰੀ ਆ ਗਿਆ ਤੇ ਉਹ ਫਿਰ ਤੁਹਾਡੇ ਅੰਦਰ ਇੱਕ ਚੇਂਜ ਲੈ ਕੇ ਆਉਂਦਾ ਆ, ਜਿਸ ਚੇਂਜ ਨੂੰ ਸਜਨ ਕਿਹਾ ਗਿਆ ਆ। ਇੱਕ ਸ਼ਬਦ ਬਾਣੀ 'ਚ ਪੜ੍ਹਦੇ ਹਾਂ ਅਸੀਂ, ਆਪਾਂ ਸ਼ਾਇਦ ਡਿਸਕਸ ਵੀ ਕੀਤਾ ਮੇਰੇ ਖਿਆਲ 'ਚ ਹਫ਼ਤਾ ਦੋ ਹਫ਼ਤਾ ਪਹਿਲਾਂ, ਥੋੜ੍ਹਾ ਜਿਹਾ ਪਾਰਟ ਉਹਦਾ। ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਇਹਦੀ ਕਈ ਵਾਰ ਡਿਸਕਸ਼ਨ ਹੁੰਦੀ ਕਈ ਰੂਪਾਂ ਦੇ ਵਿੱਚ। ਨਰੂ ਮਰੈ ਨਰ ਕਾਮ ਨਾ ਆਵੈ। ਲੋਕੀ ਕਹਿੰਦੇ ਗੁਰਬਾਣੀ ਨੂੰ ਤੁਸੀਂ ਕਹਿੰਦੇ ਹੋ ਇਟਸ ਵੈਰੀ ਸਾਇੰਟੀਫਿਕ, ਬਟ ਹੇਅਰ ਬਾਬਾ ਜੀ ਗਿਵਿੰਗ ਮੈਸੇਜ ਵਿਚ we cannot actually see exactly happening in today's world. So in that way, Gurbani is losing little bit its signification. Isn't right? No, it's not right.
because we are not getting the right message of Gurbani, what Guru Granth Sahib is actually teaching us. What Maharaj is saying in a metaphoric way, naru mara, human being ਦੇ ਵਿੱਚੋਂ ਜਿਹੜਾ ਹਿਊਮਨ ਬਿਹੇਵੀਅਰ ਆ ਇਹ ਮਾਰ ਦਿਓ। ਨਰੂ ਇਨਸਾਨੀਅਤ, ਨਰ ਮਨੁੱਖਤਾ, ਹਿਊਮਨ ਕਰੈਕਟਰ, ਤੁਸੀਂ ਇਹ ਮਾਰ ਦਿਓ। ਬਿਨਾਂ ਸ਼ੱਕ ਦਿਸਣ ਨੂੰ ਹਿਊਮਨ ਆ, ਇਜ਼ ਯੂਜ਼ਲੈਸ। ਬੜੇ ਇਹੋ ਜਿਹੇ ਲੋਕ ਤੁਹਾਨੂੰ ਮਿਲ ਜਾਣੇ ਅੱਜ ਦੀ ਦੁਨੀਆ 'ਤੇ ਖਾਸ ਕਰਕੇ, ਦੇਖਣ ਨੂੰ ਮਨੁੱਖ ਨੇ, ਮਨੁੱਖਤਾ ਹੈ ਨਹੀਂ ਵਿੱਚ। ਨਰੂ ਮਰੈ, ਮਨੁੱਖ ਵਿੱਚੋਂ ਮਨੁੱਖ ਮਰ ਗਿਆ, ਨਰ ਕਾਮ ਨਾ ਆਵੈ। ਦੈਟ ਹਿਊਮਨ ਬੀਇੰਗ ਇਜ਼ ਡੈਡ ਔਰ ਅਲਾਈਵ ਡਜ਼ਨਟ ਮੈਟਰ, ਫਰਕ ਹੀ ਕੁਛ ਨਹੀਂ ਪੈਂਦਾ। ਹਾਂ, ਬੰਦੇ ਦੇ ਮਾਈਂਡ ਦੇ ਵਿੱਚ ਜਿਹੜੀ ਵਾਈਲਡਨੈਸ ਹੈ, ਜਿਹੜੀ ਖਾਸ ਕਰਕੇ ਮਿਸਟਰੀ, ਜਿਹੜਾ ਇੱਕ ਤਰ੍ਹਾਂ ਦੀ ਮਿਜ਼ਰੀ ਹੈ, ਜਿਹਨੂੰ ਅਸੀਂ ਪਸ਼ੂ ਬਿਰਤੀ ਕਹਿੰਦੇ ਆ, somehow if we can actually delete that miserable picture, that misery, that ਜਿਹੜੀ ਅਨਹਿਊਮਨ ਸਟੇਟ ਆਫ ਮਾਈਂਡ ਹੈ, ਅਸੀਂ ਉਹਨੂੰ ਡਿਲੀਟ ਕਰ ਦਈਏ ਵਿੱਚੋਂ। ਪਸ਼ੂ ਮਰੈ, ਉਹ ਪਸ਼ੂ ਬਿਰਤੀ ਖਤਮ ਕਰ ਦੀ ਅੰਦਰੋਂ। ਦਸ ਕਾਜ ਸਵਾਰ ਹੈ। The human being can actually help on a higher to higher level. But this is not an ideal picture, no. ਇਹ ਤੇ ਮਨੁੱਖ ਹਿਊਮੈਨਿਟੀ ਦੇ ਲੈਵਲ ਤੇ ਜੀ ਰਿਹਾ ਬਸ ਅਜੇ। ਇੱਥੇ ਬੰਦਾ ਦੂਜੇ ਜਾਨਵਰਾਂ ਦੀ ਤਰ੍ਹਾਂ ਹੀ ਹੈ, ਪਰ ਸਿਰਫ ਇਹ ਹੈ ਕਿ ਇਹਦਾ ਆਪਣਾ ਬਿਹੇਵੀਅਰ ਹੈ, ਦੂਜੇ ਜਾਨਵਰਾਂ ਦਾ ਆਪਣਾ ਬਿਹੇਵੀਅਰ ਹੈ। ਜਿਵੇਂ ਕੁੱਤਾ ਆਪਣਾ ਬਿਹੇਵੀਅਰ ਅਡਾਪਟ ਕਰਕੇ ਬੈਠਾ ਹੈ, ਸ਼ੇਰ ਆਪਣਾ, ਗਾਂ ਆਪਣਾ, ਸਾਰਾ ਬੰਦਾ ਆਪਣਾ ਬਿਹੇਵੀਅਰ ਅਡਾਪਟ ਕਰਦਾ। ਇਹ ਸਫੀਸ਼ੀਐਂਟ ਤਾਂ ਹੈਗਾ, ਠੀਕ ਹੈ ਉਸ ਲੈਵਲ ਤੇ, ਬਟ ਇਹ ਆਈਡੀਅਲ ਨਹੀਂ ਹੈਗਾ। ਆਈਡੀਅਲ ਕੀ ਹੈ? ਆਈਡੀਅਲ ਇਹ ਹੈ ਬੰਦਾ ਡਿਵਾਈਨ ਨੇਚਰ 'ਚ ਜਾਏ, ਦੇਵ ਬਣ ਜਾਏ, ਦੈਵੀ ਗੁਣਾਂ ਨੂੰ ਧਾਰਨ ਕਰ ਲਵੇ। ਜਿਹੜਾ ਦੈਵੀ ਗੁਣ ਨੇ ਇਹ ਸਜਣ ਨੇ, ਇਹ ਸਜਨ ਬਿਰਤੀ ਵਿੱਚ ਜਾਣਾ ਆ। ਜਿਵੇਂ ਸਜਨ ਬਿਰਤੀ ਵਿੱਚ ਜਾਵਾਂਗੇ ਫਿਰ ਅਸੀਂ ਵਾਕਿਆ 'ਚ ਆਪਣੀ ਅਸਲ ਰੂਪ ਨੂੰ ਪਹਿਚਾਣਾਂਗੇ, ਅਸੀਂ ਸੰਸਾਰ ਦਾ ਭਲਾ ਕਰ ਸਕਾਂਗੇ। ਇਹ ਜਿਹੜੀ ਬਾਤ ਆ ਉਹਦੀ ਬਾਤ ਕੀਤੀ ਗਈ। ਗੁਰ ਸਜਣ ਪਿਆਰਾ ਮੈਂ ਮਿਲਿਆ। ਹੁਣ ਜਦੋਂ ਗੁਰੂ ਸਜਣ ਮੇਰੀ ਸੁਰਤ 'ਚ ਵਰਤ ਰਿਹਾ ਹੈਗਾ, when I'm able to enjoy that higher level of my state of mind, then ਕਿਆ ਗੁਰ ਸਜਣ ਪਿਆਰਾ ਮੈਂ ਮਿਲਿਆ। ਹਰ ਮਾਰਗ ਪੰਥ ਦਸਾਹਾ, ਹਰ ਮਾਰਗ ਪੰਥ ਦਸਾਹਾ। ਪੰਥ ਰਾਹ ਨੂੰ ਕਿਹਾ ਗਿਆ, ਮਾਰਗ ਵੀ ਰਾਹ ਨੂੰ ਕਿਹਾ ਗਿਆ। ਐਕਚੁਅਲੀ ਸਾਡੇ ਸਾਹਮਣੇ ਪਾਥ ਹੁੰਦਾ ਸਾਡਾ, ਤੇ ਅਸੀਂ ਟੋਟਲੀ ਕਨਫਿਊਜ਼ਡ ਹੁੰਦੇ ਹਾਂ। ਅਸੀਂ ਟੋਟਲੀ there are so many research which are helping us that ਅਸੀਂ as a human being 99% ਸਾਡੀ state of mind duality 'ਚ ਰਹਿੰਦੀ ਹੈ for everything। ਤੁਸੀਂ ਕੁਛ ਵੀ ਕਰ ਰਹੇ ਹੋ, ਡੁਐਲਿਟੀ ਚੱਲ ਰਹੀ ਹੈ ਅੰਦਰ। ਆਹ ਕਰਾਂ ਕਿ ਆਹ ਕਰਾਂ, ਇੱਧਰ ਜਾਵਾਂ ਕਿ ਇੱਧਰ ਜਾਵਾਂ, ਆਹ ਠੀਕ ਹੈ ਕਿ ਨਹੀਂ। ਤੁਸੀਂ ਡਿਸੀਜਨ ਬਣਾ ਵੀ ਲਿਆ, ਇੱਕ ਡਾਇਲੇਮਾ ਹੈ, ਫਿਰ ਵੀ ਪਤਾ ਨਹੀਂ ਠੀਕ ਵੀ ਕੀਤਾ ਹੈ ਕਿ ਨਹੀਂ ਕੀਤਾ। ਸੈਲਫ ਕੌਨਫੀਡੈਂਸ ਫਿਰ ਲੋ ਹੈ। ਇਹ ਸਾਰੇ ਦੇ ਨਾਲ ਇਸੇ ਕਰਕੇ ਬੰਦੇ ਨੂੰ ਜਿਹੜੀ ਇੰਸਟੈਂਟ ਹੈਪੀਨੈਸ ਆ ਨਾ, ਉਹ ਤਾਂ ਹੀ ਤਾਂ ਨਹੀਂ ਮਿਲ ਪਾ ਰਹੀ, ਕਿਉਂਕਿ ਜੇ ਕੁਝ ਵਾਪਰ ਵੀ ਰਿਹਾ ਤੇ ਬੰਦੇ ਦੇ ਅੰਦਰ ਇੱਕ, ਜਿਹਨੂੰ ਅਸੀਂ ਸਾਈਕੋਲੋਜੀ 'ਚ ਕਹਿੰਦੇ ਆ ਫਰਾਡ ਸਿੰਡਰਮ, ਮੈਨੂੰ ਲੱਗਦਾ ਫਰਾਡ ਹੀ ਹੈ ਐਕਚੁਅਲੀ ਨਾ। somehow things get settled in that way, but I wasn't sure because ਮੇਰਾ ਤੇ ਮਾਈਂਡ ਸੈੱਟ ਹੀ ਨਹੀਂ ਸੀ ਹੈਗਾ। ਇਹ ਤੇ ਹੋ ਗਿਆ ਬਾਈ ਚਾਂਸ, ਤੇ ਬੰਦੇ ਨੂੰ ਇਸ ਕਰਕੇ ਡਰ ਵੀ ਲੱਗੀ ਜਾਂਦਾ ਵੀ ਲੈ ਕਿਸੇ ਤਰੀਕੇ ਨਾਲ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਵੀ ਮੈਂ ਤਾਂ ਅੰਦਰੋਂ ਬੜਾ ਡਰਿਆ ਬੈਠਾ ਵਾਂ, ਇਹ ਤੇ ਚੀਜ਼ ਹੋਣੀ ਨਹੀਂ ਸੀਗੀ। ਸੋ ਇਸ ਕਰਕੇ make a fake kind of confidence. No, I was so confident. I was totally right. I was thinking, ਪਰ ਅੰਦਰੋਂ ਮਾਈਂਡ ਕਹਿ ਰਿਹਾ no, you were not. You were just actually totally fragile that time. You were totally actually scared. It happened somehow. ਇੱਥੋਂ ਜਾ ਕੇ ਫਿਰ ਬੰਦਾ ਇਸ ਕਰਕੇ ਆਪਣੀ ਕਾਬਲੀਅਤ ਨੂੰ ਆਪ ਹੀ ਬੰਦਾ ਜਿਹੜਾ ਹੈਗਾ ਉਹ ਪਛਾਣ ਨਹੀਂ ਪਾਉਂਦਾ, ਉਹ ਸਮਝ ਨਹੀਂ ਪਾਉਂਦਾ। ਇਸੇ ਤਰ੍ਹਾਂ ਦੀ ਲਾਈਫ ਚੱਲਦੀ ਲੱਗੀ ਜਾਂਦੀ। ਇਹ ਪੰਥ ਜਿਹੜਾ ਆ, ਜੋ ਵੀ ਅਸੀਂ ਪਾਥ ਫੋਲੋ ਕਰਦੇ ਹਾਂ, ਪਾਥ ਸਾਡੇ ਲਈ ਕਿੱਥੇ ਕਲੀਅਰ ਹੁੰਦਾ ਹੈ, ਕਿਉਂਕਿ ਆਪ ਕਲੀਅਰ ਨਹੀਂ ਹੈਗੇ। ਗੁਰੂ ਰਾਮਦਾਸ ਸਾਹਿਬ ਕਹਿੰਦੇ, ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ। ਬਾਏ ਗੈਟਿੰਗ that ability of gur, I'm totally clear what is the best path for my life, what sort of choices I'm going to make.
इट्स क्लीयर इन माई माइंड। मार्ग पंथ दसाहा, मैनूं हुण मार्ग बिल्कुल दिस रहा सारा, बिल्कुल सीधे रूप दे विच, कोई डुअलिटी नहीं, कोई डायलेमा नहीं, कोई कन्फ्यूजन नहीं, कोई भरम नहीं, कोई किसी किस्म की अंदर अज्ञानता नहीं गी। जिन्ना बंदा इस तरीके नाल कॉन्फिडेंट होएगा, उहदी जिंदगी दे विच एटलीस्ट ये नहीं होएगा कि मैं की कर रहा वा। देखो कई बारी रॉन्ग साइड तो भी लोग आउंदे ने, वो पूरे कॉन्फिडेंट होंदे ने जदों जो काम कर रहे हैं। मतलब जे बंदा डुअलिटी दे विच ही है तो उहदे कोलों प्रॉपर काम नहीं होएगा कोई भी, ये भी सच है। सपोज करो जिहड़े बंदे जुल्म करते ने धर्म के नां ते या किसी होर आइडियोलॉजी के नां ते बंदियां तक नूं मारन जांदे ने, मार दिंदे ने, नुकसान बहुत कुछ कर दिंदे ने। कुछ चीज़ां ते बात से स्पष्ट करते हैं भी क्लीयर ने अपने माइंड दे विच, ये बिल्कुल स्पष्ट है। दैट्स वाई दे आर एबल टू डू इट। जिथे किते थोड़ी जी डुअलिटी होए, कुछ होएगी, इट कैन नॉट हैपन। या सम हाउ किते थोड़ा बहुता हो भी जाए पर उस कंसिस्टेंट लैवल ते नहीं कर सकते। जो कंसिस्टेंट लैवल ते करता है बंदा, जिवें सपोज करो कोई बंदा ईवन कोई क्राइम भी करता है तो किते हुंदा क्राइम सम हाउ उहदे तो हो गया, उहदे लिए इन्नी पनिशमेंट नहीं हुंदी। जिथे बंदा रिपीटेडली सेम सॉर्ट ऑफ जिवें सीरियल किलरस होंदे ने होर, उत्थे लिए फिर बहुत सख्त पनिशमेंट होंदी है, क्योंकि उत्थे रीजन है कि इहनूं कोई इहनूं तोखला नहीं हैगा, एक क्लीयर है। जे इस चीज़ वास्ते बिल्कुल बड़ी हायर लैवल की पनिशमेंट आ, पर जे बंदा चंगे काम वास्ते भी इतना क्रिस्टल क्लीयर अपने माइंड दे विच, रिवार्ड भी हायर लैवल का फिर, क्योंकि उत्थे सम हाउ कोई चंगियाई अच्छाई नहीं वापर रही। उन्होंने पक्का पता मेरा राह ये है, जिन्होंने क्या ब्रह्म ज्ञानी पर उपकार उमाहा, ਉਹਦੇ अंदर उमा है, मैं परोपकार करना है, मैं चंगा काम करना ही करना है। दिस इज माई पाथ, आई विल नॉट लीव दिस पाथ एट ऑल। आई हैव टू वर्क फॉर अदर्स वेल बीइंग, फॉर अदर्स वेलफेयर, फॉर एवरीवन's actually well-being. This is the purpose of life. So in that way मार्ग पंथ दसाहा, उन्हें राह बिल्कुल सीधा दिस रहा है। गुरु रामदास अबू की बात करते हैं, करे आवो चिरी विछुन्या मिल शब्द गुरु प्रभनाहा। करे आवो चिरी विछुन्या, चिरी विछुन्या होंदा है आफ्टर ए लॉन्ग एक्चुअली काइंड ऑफ वेट, बड़ी लंबे समय की उड़ीक तो बाद जिहड़ी इस स्टेट ऑफ माइंड या इस तरीके की बात आ, इसनूं जिहड़ी साडी कह लो कि सोल आ, रूह आ, स्पिरिट आ, ये तो लंबे समय तो लभ रही है, पर उहदे जिहड़ी मन की दुनिया आ, उहदे विच साडा इनर एनवायरमेंट है, साडा आउटर एनवायरमेंट आ, ये सानूं हमेशा ही विछोड़ के रखता है, हमेशा सानूं तो दूर रखता है। जिवें इस तरह कह लवो कि तुहाडे घर दे विच पोथी है, गुटका आ, कोई शब्द आ, चलो घर पोथी नहीं, शब्द नहीं, गुटका नहीं, तुहाडे स्मार्टफोन दे विच आ, इंटरनेट ते है ना, सारा कुछ ही है विच उहदे। ते होया कि तुसी ये क्या कि आपां ना इहदे विचों कोई ऐप डाउनलोड करके किसी वैबसाइट ते जाके आपां शब्द पढ़ांगे, पर वो एनवायरमेंट ऐसा बनया, सवेरे उठे कोई बड़ी केओस सीगी, कुछ कम आ गया, कुछ घर तो कम आ गया, कुछ आले दुआले, कुछ किते बॉडी टायर्ड हो गई, मतलब टाइम ही नहीं लगा। एक दिन, 2 दिन, 4 दिन, जिंदगी लंघ गई। कई बार एहो जिहियां जिंदगियां पता नहीं किन्नियां लंघ गईयां। साडे कोल गुर तक पहुंचण दा राह भी है, ते उस राह नूं कदी भी करतार ने बंद नहीं कीता। ये बाणी भी कह रही है सानू, जिस सतयुग विच प्रहलाद ली राह है वो, है ना, जिथे कोई सोर्स नहीं, संडा अमरका उहदे जिहड़े मास्टर्स बनाए गए ने उहदे पिता द्वारा, वो भी उहनूं कह रहे नो 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 ये ठीक नहीं हैगा, पर अंदरों आवाज आ रही नहीं है ठीक है, वो गुर दे राह ते फड़ चल रहा है। असी जे त्रेते द्वापर विच आ जाने, उत्थे भी जो
ਭਾਰਤੀ ਮਿਥਿਕ ਮਤਲਬ ਐਂਸ਼ੀਅੰਟ ਟਾਈਮ ਤੋਂ ਅਸੀਂ ਲੈ ਲਈਏ। ਜੇ ਆਪਾਂ ਪਿਛਲੇ ਸਮੇਂ 'ਚ ਆ ਜਾਈਏ, ਭਗਤ ਕਬੀਰ ਜੀ, ਰਵਿਦਾਸ ਜੀ, ਸੈਨ ਜੀ, ਸਤਨਾ ਜੀ, ਤੁਸੀਂ ਦੇਖਦੇ ਹੋ they have been blessed with that higher level of wisdom which leads them toward their spiritual destiny, and they enjoy it. That's why ਬਾਬਾ ਜੀ ਸਿੰਘ ਵੀ ਹੈ ਤੇ ਸਹੀ, ਪਰ ਚਿਰੀ ਵਿਛੁੰਨਿਆ ਸਾਰਿਆਂ ਕੋਲ ਹੈ, ਪਰ ਸਮਹਾਓ ਅਸੀਂ ਉਸ এনवायरमेंट ਕਿਸੇ ਬੰਦਸ਼ ਕਰਕੇ, ਕਿਸੇ ਹਰਡਲ ਕਰਕੇ ਉਹ ਤੋਂ ਵਿਛੜੇ ਰਹੇ। ਹੁਣ ਕੀ ਹੋਇਆ, ਕਰੇ ਆਵੋ ਚਿਰੀ ਵਿਛੁੰਨਿਆ। ਜਿਹੜੀ ਹੁਣ ਮੇਰੀ ਇੱਥੇ ਕਰਾਓ ਜਿਹਨੂੰ ਕਿਹਾ ਜਾ ਰਿਹਾ ਹੈ ਅਟੈਂਸ਼ਨ, ਅਟੈਂਡ ਕਰਨ ਵਾਲੀ ਉਹ ਜਿਹੜੀ ਐਬਿਲਿਟੀ ਹੈ, ਉਹਨੂੰ ਆਵਾਜ਼ ਦਿੱਤੀ ਜਾ ਰਹੀ ਹੈ, ਅਟੈਂਡ ਕਰ ਇਹਨੂੰ। ਗੁਰੂ ਦੇ ਸ਼ਬਦ ਦੇ ਜ਼ਰੀਏ ਜੋ ਤੇਰੇ ਅੰਦਰ ਇਹ ਸਮਰੱਥਾ ਆ ਕਿ ਤੂੰ ਉਸ ਕਰਤਾਰੀ ਰੂਪ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰ ਸਕਦਾ ਆ, ਉਸ ਹਾਇਰ ਲੈਵਲ ਦੇ ਉਸ ਵਿਵੇਕ ਦਾ ਇਸਤੇਮਾਲ ਕਰਕੇ ਜ਼ਿੰਦਗੀ ਦੀਆਂ ਸਾਫ਼ ਗੋ ਸਿੱਧੀਆਂ ਚੋਇਸਿਸ ਬਣਾ ਸਕਦਾ ਆ। ਕਿਆ ਉਸ ਕੌਨਸ਼ੀਅਸ ਨੂੰ, ਉਸ ਐਬਿਲਿਟੀ ਨੂੰ ਮੈਂ ਕਾਲ ਕਰਦਾ ਆ, ਕਰੇ ਆਵੋ ਚਿਰੀ ਵਿਛੁੰਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਨਾਹ ਖਸਮ। ਅਕਾਲ ਪੁਰਖ ਵਾਹਿਗੁਰੂ ਨੂੰ ਨਾਹ ਦੇ ਰੂਪ ਵਿੱਚ, ਨਾਹਾ ਦੇ ਰੂਪ ਵਿੱਚ ਕ੍ਰੀਏਟ ਉਹਨੂੰ ਐਡਰੈਸ ਕੀਤਾ ਹੈ। ਮਿਲ ਸ਼ਬਦ ਗੁਰੂ ਪ੍ਰਭ ਨਾਹਾ, ਸ਼ਬਦ ਨਾਲ ਮਿਲ, ਸ਼ਬਦ ਨਾਲ ਮਿਲ ਕੇ ਉਸ ਸ਼ਬਦ ਗੁਰੂ ਦੇ ਜ਼ਰੀਏ ਨਾਹ ਨਾਲ ਮਿਲੇਗਾ। ਜਿਵੇਂ ਸਪੋਜ਼ ਇਹਨੂੰ ਸਰਲ ਕਰ ਲਿਆ ਜਾਏ ਕਿ ਮੈਂ ਪਹਿਲਾਂ ਹੀ ਕਿਹਾ ਕਿ ਇਹ ਚੀਜ਼ਾਂ ਵਰਤਨ ਦੇ ਨਾਲ, ਇਹ ਚੀਜ਼ਾਂ ਮੈਨੀਫੈਸਟ ਹੋਣ ਦੇ ਨਾਲ, ਇਹ ਅਪਲਾਈ ਕਰਨ ਦੇ ਨਾਲ ਚੀਜ਼ਾਂ ਵਾਪਰਦੀਆਂ ਨੇ। ਜਿਵੇਂ ਸਪੋਜ਼ ਤੁਸੀਂ ਟੋਰਾਂਟੋ ਜਾਂ ਮੌਂਟਰੀਅਲ ਜਾਣਾ ਹੈ, ਅਤੇ ਮੌਂਟਰੀਅਲ ਤਾਂ ਬੜੀ ਦੂਰ ਹੈ। ਹਾਂ, ਉਹਦੇ ਵਾਸਤੇ ਸੋਰਸ ਕੀ ਹੈ, ਤੁਹਾਡੇ ਕੋਲ ਇੱਥੇ ਕੋਈ ਟੈਕਸੀ ਹੈ, ਕੋਈ ਬੱਸ ਹੈ, ਤੁਸੀਂ ਉੱਥੇ ਜਾਂਦੇ ਹੋ ਅਤੇ ਕੋਈ ਬੰਦਾ ਤੁਹਾਨੂੰ ਬੜੀ ਇੰਸਪੀਰੇਸ਼ਨ ਕਰਦਾ, ਬੱਸ 'ਚ ਬੈਠ ਜੇ, ਮੌਂਟਰੀਅਲ ਜਾਣਾ, ਛੇਤੀ ਬੈਠਾ, ਦੇਖ ਬੱਸ ਰੈਡੀ ਹੈ। ਤੁਸੀਂ ਕਹਿੰਦੇ ਹੋ ਅੱਛਾ, ਤੁਸੀਂ ਕਹਿੰਦੇ ਅੱਛਾ ਫਿਰ ਇਹ ਬੱਸ ਮਤਲਬ ਜੇ ਮੈਂ ਬੱਸ 'ਚ ਬੈਠ ਜਾਵਾਂਗਾ ਤਾਂ ਮੌਂਟਰੀਅਲ ਮੈਂ ਪਹੁੰਚ ਜਾਵਾਂਗਾ, ਮੌਂਟਰੀਅਲ ਇਹੀ ਹੈ ਮੌਂਟਰੀਅਲ। ਉਹ ਕਹਿੰਦੇ ਭਾਈ ਤੇਰੇ ਵਾਸਤੇ ਹੁਣ ਇਹੀ ਹੈ, ਇਹਦੇ 'ਚ ਬੈਠ। ਵੰਸ ਯੂ ਆਰ ਇਨਸਾਈਡ ਦਿਸ ਐਕਚੁਅਲੀ ਬੱਸ, that bus will lead you to your destiny। ਬੰਦਾ ਇਹੀ ਤਰੀਕਾ ਆ, ਸ਼ਬਦ ਇਸ ਤਰੀਕੇ ਨਾਲ ਤੁਹਾਨੂੰ ਟਰੈਵਲ ਕਰਾਉਂਦਾ ਹੈ। ਫਿਰ ਉਹ ਟਰੈਵਲ ਕਰਨ ਦਾ ਸਿਰਫ ਮੈਂ ਪਹਿਲੇ ਬੇਨਤੀ ਕੀਤੀ, ਵਰਡਸ ਨਹੀਂ ਇਕੱਲੇ, ਲਫ਼ਜ਼ ਨਹੀਂ, ਅਲਫਾਜ਼ ਨਹੀਂ, ਟੈਕਸਟ ਨਹੀਂ, ਉਹ ਪੂਰਾ ਇੰਸਟੀਟਿਊਸ਼ਨ ਆ। ਜਿਵੇਂ ਜਿਵੇਂ ਤੁਸੀਂ ਉਹਨੂੰ ਫੋਲੋ ਕਰਦੇ ਜਾਓਗੇ ਉਹ ਲੈ ਜਾਏਗਾ ਤੁਹਾਨੂੰ ਨਾਹ ਤੱਕ। ਇਹਨੂੰ ਸਾਹਿਬ ਨੇ ਕਿਹਾ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹੁਣ ਤੁਝ ਬਾਝੋਂ ਖਰੀ ਉਡੀਣੀਆਂ। ਖਰੀ ਉਡੀਣੀਆਂ, ਉਡੀਣਾ ਹੁੰਦਾ ਅਦਰੇਮਾ ਹੋਣਾ, ਜਿਹਨੂੰ ਪੰਜਾਬੀ ਦਾ ਅਸੀਂ ਵਰਡ ਯੂਜ਼ ਕਰਦੇ ਹਾਂ ਉੱਧਰ ਜਾਣਾ। ਅਤੇ ਉੱਧਰੀ ਹੋਈ ਜਿਹੜੀ ਚੀਜ਼ ਆ ਜਿਸ ਨੂੰ ਅਸੀਂ ਕਹਿੰਦੇ ਹਾਂ ਜਿਵੇਂ ਹੋਮ ਸਿੱਕ ਹੋ ਜਾਣਾ ਕਿਸੇ ਚੀਜ਼ ਦਾ, ਜਾਂ ਜਿਹਨੂੰ ਕੋਲਡ ਟਰਕੀ ਕਹਿ ਦਿੰਦੇ ਹਾਂ ਕਿਸੇ ਚੀਜ਼ ਤੋਂ। ਬੰਦਾ ਕਿਸੇ ਚੀਜ਼ ਨੂੰ ਅਪੋਜ਼ ਕਰਦਾ ਹੈ, ਰੋਕਦਾ ਆ ਕਿਸੇ ਤਰੀਕੇ ਨਾਲ। ਇੱਕ ਲੈਵਲ ਐਸਾ ਹੁੰਦਾ ਹੈ ਕਿ ਹੁਣ ਉਹ ਹੀ ਔਰ ਸ਼ੀ ਡਜ਼ਨਟ ਹੈਵ ਐਨਫ ਐਬਿਲਿਟੀ। ਹੁਣ ਉਹਦੇ ਲਈ ਉਹ ਚੀਜ਼ ਜਿਹੜੀ ਉਹ ਬੜੀ ਜ਼ਰੂਰੀ ਹੋ ਗਈ, ਲਾਜ਼ਮੀ ਹੋ ਗਈ। ਅਤੇ ਕਈ ਵਾਰ ਇਹ ਵੀ ਹੁੰਦਾ, ਕਈਆਂ ਨੂੰ ਤਾਂ ਪਤਾ ਹੁੰਦਾ ਹੈ, ਜਿਵੇਂ ਛੋਟਾ ਬੱਚਾ ਆ ਕੁਛ ਆ। ਇਹਨੂੰ ਸਰਲ ਐਗਜ਼ਾਮਪਲ ਕਰਾਂ, ਜਿਵੇਂ ਕਿ ਜਿਹੜਾ ਇਮੋਸ਼ਨਲੀ ਇੰਟੈਲੀਜੈਂਟ ਹੋਣਾ ਆ, ਇਮੋਸ਼ਨਲੀ ਇੰਟੈਲੀਜੈਂਟ ਹੋਣ ਦੇ ਨਾਲ ਇਮੋਸ਼ਨਸ ਨੂੰ ਐਕਸਪ੍ਰੈਸ ਕਰ ਸਕਣਾ। ਵਨ ਡੇ ਆਈ ਵੁੱਡ ਲਾਈਕ ਟੂ ਐਕਚੁਅਲੀ talk about all this emotional side with the help of ਗੁਰਬਾਣੀ, because ਗੁਰਬਾਣੀ ਦੇ ਵਿੱਚ ਬਹੁਤ ਕੁਛ ਹੈ। ਮਾਡਰਨ ਸਾਇੰਸ ਆ ਰਹੀ ਹੈ, ਮਾਡਰਨ ਸਾਇੰਸ ਉਸ ਪਾਸੇ। ਹੁਣ ਉਹਦੇ 'ਚ ਹੋਇਆ ਕਿ ਉਹ ਬੱਚਾ ਆਇਆ, ਉਹਦੇ 'ਚ ਇਮੋਸ਼ਨਸ ਨੇ, ਅਤੇ ਇਮੋਸ਼ਨਸ ਦੇ ਵਿੱਚ ਫੀਲਿੰਗ ਹੈ। ਬਾਪ ਘਰੋਂ ਬਾਹਰ ਜਾ ਰਿਹਾ ਹੈ, ਮਾਂ ਜਾ ਰਹੀ ਹੈ, ਬਾਪ ਚਲਾ ਗਿਆ, ਮਾਂ ਚਲੀ ਗਈ 2 ਦਿਨ ਲਈ 3 ਦਿਨ ਲਈ। ਰਾਤ ਨੂੰ ਬਾਂ ਨਾਲ ਸੌਂਦਾ ਸੀਗਾ, ਬਾਪ ਨਾਲ ਸੌਂਦਾ ਸੀਗਾ। ਹੁਣ ਜਿਹੜੀ ਉਹਦੇ ਅੰਦਰ ਫੀਲਿੰਗ ਆ ਰਹੀ ਹੈ, ਜੇ ਉਹਦੇ ਕੋਲ ਵਰਡਸ ਨਹੀਂ ਹੈਗੇ ਤੇ ਸ਼ਾਇਦ ਉਹਦੇ ਮੂੰਹ ਤੋਂ ਤੇ ਤੁਸੀਂ ਇਹ ਚੀਜ਼ ਨਹੀਂ ਸੁਣੋਗੇ। he or she might not be able to explain how he or she is going through inside। ਉਹ ਤੁਹਾਨੂੰ ਪੂਰੀ ਬਾਡੀ ਦੱਸਣੀ ਸ਼ੁਰੂ ਕਰ ਦੇਗੀ, ਹੌਲੀ ਹੌਲੀ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਏਗਾ, ਲਗਾਤਾਰ
he or she is crying continuously. ਇਹ ਕੀ ਹੈ? ਇਹ ਹੈ ਉਦਰੇਵਾਂ, ਇਹ ਹੈ ਕਿਸੇ ਚੀਜ਼ ਨੂੰ ਸੀਕ ਕਰ ਰਿਹਾ ਵੈਰੀ ਬੈਡਲੀ। ਇੱਥੇ ਕਿਹਾ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਉ ਤੁਝ ਬਾਝੋਂ ਖਰੀ ਉਡੇਣੀਆਂ, ਤੇਰੇ ਤੋਂ ਬਿਨਾਂ ਮੇਰਾ ਅਦਰੇਵਾਂ ਬਹੁਤ ਤੰਗ ਕਰ ਰਿਹਾ ਸੀਗਾ ਮੈਨੂੰ। ਉਹ ਜਿਹੜੀ ਉਹਦੀ ਸਟੇਟ ਆਫ ਮਾਈਂਡ ਜਿਹੜੀ ਮੈਨੂੰ ਹੁਣ ਬਲੈਸ ਹੋ ਰਹੀ ਹੈ ਨਾ, ਉਹਦੇ ਤੋਂ ਬਿਨਾਂ ਮੈਂ ਬਹੁਤ ਤੰਗ ਸੀਗਾ। ਤੁਝ ਬਾਝੋਂ ਖਰੀ ਉਡੀਣੀਆਂ, ਤੇ ਹਾਲਤ ਕੀ ਸੀ? ਜਿਉਂ ਜਲਬਿਨ ਮੀਨ ਮਰਾਹਾ, ਐਸ ਫਿਸ਼ ਇਜ਼ ਡਾਈਂਗ ਵਿਦਾਊਟ ਇਟਸ ਹੈਬਿਟੇਟ ਆਫ ਵਾਟਰ। ਤੁਸੀਂ ਮੱਛੀ ਨੂੰ ਪਾਣੀ ਤੋਂ ਜੁਦਾ ਕਰੋ। ਮਤਲਬ ਜਿਹੜੀ ਉਸ ਸਪਿਰਿਚੁਅਲ ਬੀਇੰਗ ਦੀ ਗੱਲ ਹੋ ਰਹੀ ਹੈ ਨਾ, ਜੇ ਅਸੀਂ ਉਹਨੂੰ ਨਹੀਂ ਇੰਜੋਏ ਕਰ ਪਾ ਰਹੇ, ਵੀ ਆਰ ਸਫਰਿੰਗ ਲਾਈਕ ਏ ਫਿਸ਼ which is living without water. What a unique, what a great metaphor Baba Ji has actually given over here. ਉਹਦੀ ਬਾਤ ਕੀਤੀ ਹੈ, ਵਡ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ। ਤੇ ਉਹ ਨਾਨਕ, people who are able to understand this school of thought, what a lucky are they, what a fortune, what kind of fortunate they have. It's beyond explanation. क्या वड भागी हर त्याया जन नानक नाम समाहा। ओ नानक, by following the path of Naam, they can enjoy the oneness with Almighty. Crystal clear messages ਨੇ ਬਸ। ਇਹੀ ਹੈ, ਜਿਵੇਂ ਪੜ੍ਹਦੇ ਹਾਂ, ਜਿਵੇਂ ਸੁਣਦੇ ਹਾਂ, ਜਿਵੇਂ ਬੋਲਦੇ ਹਾਂ, ਕਿਤੇ ਅੰਦਰ ਦੀ ਦੁਨੀਆ 'ਚ ਪ੍ਰੋਸੈਸ ਉਵੇਂ ਹੋ ਜਾਏ। ਐਂਡ ਦਿਸ ਇਜ਼ ਬਲੈਸਿੰਗ, ਦਿਸ ਇਜ਼ ਹੋਲ kind of grace of our Guru Sahiban. Thank you very much for attending this Katha time on your TV channels or social medias. And I'm very, I can say, overwhelmed by your responses as I'm getting day by day. ਮੈਨੂੰ ਪਤਾ ਲੱਗਦਾ ਹੈ ਵੱਡੇ ਲੈਵਲ ਤੇ ਸਾਡੀ ਨਫਰੀ ਖਾਸ ਕਰਕੇ, and that's why I'm speaking in English too, because ਮੈਨੂੰ ਪਤਾ ਹੈ ਸਾਡੇ ਬਜ਼ੁਰਗ ਜਿਹੜੇ ਲਿਸਨਰਸ ਨੇ ਉਹ ਵੀ ਵੱਡੇ ਲੈਵਲ 'ਤੇ ਗੱਲ ਕਰਦੇ, ਭਾਈ ਸਾਹਿਬ ਗੱਲ ਸਮਝ ਆਉਣ ਲੱਗਦੀ, ਤੁਸੀਂ ਅੰਗਰੇਜ਼ੀ 'ਚ ਹੋ ਜਾਂਦੇ ਹੋ। ਕੁਛ ਵੀ ਇਹੋ ਜਿਹਾ ਮੈਂ ਐਕਸਟਰਾ ਨਹੀਂ ਕਹਿੰਦਾ ਅੰਗਰੇਜ਼ੀ ਦੇ ਵਿੱਚ ਜਿਹੜਾ ਪੰਜਾਬੀ 'ਚ ਨਹੀਂ ਬਿਆਨ ਕਰ ਰਿਹਾ, ਸਿਰਫ ਮੈਂ ਟਰਾਂਸਲੇਸ਼ਨ ਹੀ ਕਰ ਰਿਹਾ ਉਹਦੀ। ਅਤੇ ਉਸ ਕਰਕੇ ਤਾਂ ਕਿ ਜਿਹੜਾ ਸਾਡਾ ਇੱਕ ਨਵੀਂ ਜਨਰੇਸ਼ਨ ਸਾਡੇ ਨਾਲ ਆ ਰਹੀ ਹੈ, ਫੋਰਚੂਨੇਟਲੀ ਉਹ ਵੱਡੇ ਲੈਵਲ 'ਤੇ ਸਾਨੂੰ ਸੁਣ ਰਹੀ ਹੈ, ਤਾਂ ਕਿ ਉਹਨਾਂ ਨੂੰ ਅਸੀਂ ਨਾਲ ਕੈਟਰ ਕਰ ਸਕੀਏ ਉਸ ਤਰੀਕੇ ਦੇ ਨਾਲ। ਅਦਰਵਾਈਜ਼ ਆਈ ਲਵ, ਮੈਨੂੰ ਤਾਂ ਤੁਸੀਂ ਜਿਹੜਾ ਆ ਮਾਂ ਬੋਲੀ 'ਚ ਬੋਲਣ ਲਈ ਕਹੋ ਤੇ ਮੇਰੀ ਤੇ ਜਾਨ ਹਾਜ਼ਰ ਹੈ, ਮੇਰੇ ਤੇ ਅੰਦਰੋਂ ਦਰਿਆ ਦੀ ਤਰ੍ਹਾਂ ਚੀਜ਼ ਵਗਦੀ ਹੈ। ਅਤੇ ਨਾਲ ਹੀ ਅੱਜ ਮਾਂ ਬੋਲੀ ਦਿਨ ਵੀ ਹੈ, ਮਦਰ ਐਕਚੁਅਲੀ ਜਿਹੜਾ ਮਦਰ ਟੰਗ, ਮਦਰ ਲੈਂਗੁਏਜ ਡੇ ਪੀਪਲ ਆਰ ਸੈਲੀਬ੍ਰੇਟਿੰਗ ਓਵਰ ਦ ਗਲੋਬ, ਉਹਦੇ ਵਾਸਤੇ ਵੀ ਤੁਹਾਨੂੰ ਮੁਬਾਰਕਬਾਦ। ਅੰਤ ਵਿੱਚ ਉਹਨਾਂ ਕਰਸਾਨ ਮਾਈ ਪਾਈ ਦੀ ਸਫਲਤਾ ਅਤੇ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਸਮਾਪਤੀ ਕਰਦੇ ਹਾਂ। ਅਗਲਾ ਟਾਈਮ ਸਿਮਰਨ ਦਾ ਵੀਰ ਜੀ ਆ ਗਏ ਨੇ, ਤੁਹਾਡੀ ਸੇਵਾ ਬੜੇ ਸੁੰਦਰ ਅੰਦਾਜ਼ 'ਚ ਕਰਨਗੇ। ਮੈਨੂੰ ਇਜਾਜ਼ਤ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।